ਜੇਕਰ ਤੁਸੀਂ ਇਹ ਵੀਡੀਓ ਦੇਖ ਲਈ ਤਾਂ ਸਾਡੀ ਸ਼ਰਤ ਹੈ ਤੁਸੀਂ ਲੱਖਾਂ ਪਤੀ ਤੇ ਕਰੋੜਾਂ ਪਤੀ ਹੋ ਜਾਓਗੇ। ਅਸੀਂ ਉਹ ਤੋਂ ਪੱਕਿਆ ਹੋਇਆ ਬੀਜ ਲੈਣਾ। ਉਹ ਜਿਹੜੇ ਫੁੱਲ ਲੱਗਦੇ ਉਸੇ ਨੂੰ ਬੀਜ ਬਣ ਜਾਂਦਾ, ਫਿਰ ਫੁੱਲਾਂ ਨੂੰ ਹੀ ਬੀਜ ਬਣਦਾ। ਉਹ ਬੀਜ ਅਸੀਂ ਵਾਪਸ ਲੈਣਾ, ਸਾਰੇ ਦਾ ਸਾਰਾ, ਕੁਆਂਟਲ ਹੋਵੇ 10 ਹੋਵੇ 15 ਹੋਵੇ, ਅਸੀਂ ਸਾਰੇ ਦਾ ਸਾਰਾ ਉਹ ਤੋਂ ਬੀਜ ਵਾਪਸ ਲੈਣਾ। ਉਹਨੇ ਫੁੱਲ ਵੇਚਣ ਨਹੀਂ ਜਾਣਾ ਕਿਤੇ, ਫੁੱਲ ਵੇਚਣ ਵਾਲੇ ਨਹੀਂ ਹੁੰਦੇ, ਬੀਜ ਉਹਨੂੰ ਜਿਹੜਾ ਲੱਗੂਗਾ ਫੁੱਲਾਂ ਨੂੰ ਉਹ ਵੇਚਣ ਵਾਲਾ ਹੁੰਦਾ। ਉਹ ਬੈਗਾਂ 'ਚ ਪੈਕ ਹੋ ਕੇ ਆ ਜਿਸ ਤਰ੍ਹਾਂ ਦੇ ਡੱਬੇ ਪਿੱਛੇ ਪਏ ਆ, ਇਹਨਾਂ ਡੱਬਿਆਂ ਦੇ ਵਿੱਚ ਐਕਸਪੋਰਟ ਹੁੰਦਾ ਸਾਰੇ ਦਾ ਸਾਰਾ, ਜਾਨੀ ਬਾਹਰ ਹੀ ਜਾਂਦਾ ਹੈ ਬੀਜ ਸਾਰਾ, ਬਾਹਰ ਜਾਂਦਾ ਬੀਜ। ਇਹ ਅਸੀਂ 10 ਮੁਲਕਾਂ ਨੂੰ ਬੀਜ ਭੇਜਦੇ ਹਾਂ। ਕਿਹੜੇ ਮੁਲਕ ਨੇ ਡਾਕਟਰ ਸਾਹਿਬ? ਅਮਰੀਕਾ ਸਭ ਤੋਂ ਵੱਡਾ ਹੈ, ਉਸ ਤੋਂ ਬਾਅਦ ਹਾਲੈਂਡ, ਪੋਲੈਂਡ, ਜਰਮਨੀ, ਫਰਾਂਸ, ਯੂਕੇ। ਇਹ ਜਿਹੜੀ ਖੇਤੀ ਹੈ ਜੀ, ਇਹ ਇੱਕ ਇਸ ਤਰ੍ਹਾਂ ਦਾ ਬਦਲ ਹੈ ਜਿਹੜਾ ਕਣਕ ਨਾਲੋਂ 3 ਗੁਣਾ ਜ਼ਿਆਦਾ ਪੈਸਾ ਦਿੰਦਾ। ਸੋ ਇਹ ਵੀ ਦੱਸ ਦਿਓ ਕਿ 1 ਕਿੱਲੇ ਦੇ ਵਿੱਚੋਂ ਕਿੰਨੀ ਕਮਾਈ ਦਿੰਦਾ ਹੈ? 1 ਕਿੱਲੇ ਦੇ ਵਿੱਚੋਂ 1 ਲੱਖ ਤੋਂ 1.5 ਲੱਖ ਰੁਪਏ ਕਮਾਈ ਹੋ ਜਾਂਦੀ ਹੈ ਜੀ, ਜਿਸ ਚੋਂ 20 ਤੋਂ 25 ਹਜ਼ਾਰ ਰੁਪਏ ਖਰਚਾ ਹੋ ਜਾਂਦਾ। ਇਹ ਕਣਕ ਦੇ ਟਾਈਮ ਹੁੰਦੀ ਹੈ, ਝੋਨਾ ਫੇਰ ਲਾ ਲਓ ਤੁਸੀਂ, ਜਾਂ ਤੁਸੀਂ ਉਹਦੀ ਥਾਂ ਮੱਕੀ ਬੀਜ ਲਓ ਜਾਂ ਕੁਝ ਹੋਰ ਕਰ ਲਓ। ਤਾਂ ਮਤਲਬ ਤੁਸੀਂ ਕਣਕ ਦੇ ਟਾਈਮ ਲਗਭਗ 1 ਲੱਖ ਰੁਪਈਆ ਪਰ ਕਿੱਲਾ ਕਮਾ ਸਕਦੇ ਹੋ। ਖਾਣ ਜੋਗਾ ਬੀਜ ਲਓ ਤੇ 1 ਕਿੱਲੇ 'ਚ ਤੁਸੀਂ ਇਹ ਫਸਲ ਕਰੋ। ਜੇਕਰ ਤੁਸੀਂ ਇਹ ਵੀਡੀਓ ਦੇਖ ਲਈ ਤਾਂ ਸਾਡੀ ਸ਼ਰਤ ਹੈ ਤੁਸੀਂ ਲੱਖਾਂ ਪਤੀ ਤੇ ਕਰੋੜਾਂ ਪਤੀ ਹੋ ਜਾਓਗੇ। ਜਿਹੜੇ ਵੀ ਕਿਸਾਨ ਵੀਰ ਖੇਤੀ ਕਰਦੇ ਆ ਉਹ ਇਹ ਵੀਡੀਓ ਦੇ ਨਾਲ ਜ਼ਰੂਰ ਬਣੇ ਰਹੋ, ਤੁਹਾਨੂੰ ਲੱਖਾਂ ਪਤੀ ਹੋਣ ਦਾ ਇੱਕ ਤਰੀਕਾ ਦੱਸਾਂਗੇ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸੁਰਖਾਬ ਟੀਵੀ। ਅੱਜ ਅਸੀਂ ਪਹੁੰਚੇ ਹਾਂ ਪਿੰਡ ਦਬਲਾਣ ਵਿਖੇ, ਜਿੱਥੇ ਇੱਕ ਵੱਖਰੇ ਤਰੀਕੇ ਦੀ ਖੇਤੀ ਕੀਤੀ ਜਾਂਦੀ ਹੈ ਤੇ ਲੱਖਾਂ ਪਤੀ ਬਣ ਸਕਦੇ ਹੋ। ਜਿਵੇਂ ਹੀ ਤੁਸੀਂ ਇਹ ਵੀਡੀਓ ਨਾਲ ਬਣੇ ਰਹੋਗੇ ਉਹ ਤਰੀਕਾ ਤੁਹਾਨੂੰ ਦੱਸਾਂਗੇ। ਜਿੱਥੇ ਅਸੀਂ ਖੜੇ ਹਾਂ ਇੱਥੇ ਮੇਰੇ ਪਿੱਛੇ ਦੇਖ ਰਹੇ ਹੋਵੋਗੇ ਕਿ ਬਾਇਓਕਾਰਬ ਸੀਡਸ ਹੈ। ਇਹ ਸੀਡਸ ਕਿਹੜੇ ਨੇ? ਇੱਥੇ ਜਿਹੜੇ ਫੁੱਲ ਹੁੰਦੇ ਆ, ਜਿਹੜੇ ਮਹਿਕ ਵੰਡਦੇ ਆ ਨਾ, ਉਹਨਾਂ ਦੀ ਉਪਜ ਕੀਤੀ ਜਾਂਦੀ ਹੈ, ਉਹਨਾਂ ਨੂੰ ਬਣਾਇਆ ਜਾਂਦਾ ਹੈ, ਉਹਨਾਂ ਨੂੰ ਪੈਕਿੰਗ ਕੀਤਾ ਜਾਂਦਾ ਹੈ ਤੇ ਫਿਰ ਉਹ ਫੁੱਲਾਂ ਦੀ ਖੇਤੀ ਕੀਤੀ ਜਾਂਦੀ ਹੈ। ਇਹ ਫੁੱਲਾਂ 'ਚੋਂ ਮੁਨਾਫਾ ਦੱਸਾਂਗੇ ਕਿ ਕਿੰਨਾ ਕੁ ਮੁਨਾਫਾ ਹੁੰਦਾ ਹੈ, ਕੀ ਇਹ ਕਣਕ ਜਾਂ ਝੋਨੇ ਦਾ ਬਦਲ ਹੈਗਾ, ਕੀ ਇਹ ਸੱਚਮੁੱਚ ਸਾਨੂੰ ਲੱਖਾਂ ਪਤੀ ਜਾਂ ਕਰੋੜਾਂ ਪਤੀ ਬਣਾ ਸਕਦਾ। ਮੇਰੇ ਨਾਲ ਬਾਇਓਕਾਰਬ ਸੀਡਸ ਦੇ ਮਾਲਕ ਡਾਕਟਰ ਅੱਲਾ ਰੰਗ ਜੀ ਹੋਣਗੇ, ਉਹਨਾਂ ਤੋਂ ਜਾਣਦੇ ਹਾਂ ਕਿ ਉਹਨਾਂ ਦੇ ਜ਼ਿਹਨ ਦੇ ਵਿੱਚ ਇਹ ਖਿਆਲ ਕਿਵੇਂ ਆਇਆ ਕਿ ਪੰਜਾਬ ਦੇ ਵਿੱਚ ਫੁੱਲਾਂ ਦੀ ਖੇਤੀ ਕੀਤੀ ਜਾਵੇ। ਫੁੱਲ ਅਕਸਰ ਮਹਿਕ ਵੰਡਦੇ ਤਾਂ ਸੁਣੇ ਸੀ, ਲੱਖਾਂ ਜਾਂ ਕਰੋੜਾਂ ਪਤੀ ਬਣਾਉਂਦੇ ਅੱਜ ਪਹਿਲੀ ਵਾਰ ਤੁਹਾਨੂੰ ਇਹ ਰਾਜ਼ ਦੱਸਾਂਗੇ। ਮੇਰੇ ਨਾਲ ਮੌਜੂਦ ਨੇ ਡਾਕਟਰ ਅੱਲਾ ਰੰਗ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਂਦੇ ਸਰ, ਬਹੁਤ ਬਹੁਤ ਸਵਾਗਤ ਹੈ ਸੁਰਖਾਬ ਟੀਵੀ। ਮਿਹਰਬਾਨੀ ਜੀ, ਮਿਹਰਬਾਨੀ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਕਿਸਾਨੋ। ਅਸੀਂ ਬਾਇਓਕਾਰਬ ਸੀਡ ਦੇ ਉੱਤੇ ਫੁੱਲਾਂ ਦੀ ਖੇਤੀ ਖੁਦ ਕਰਾਉਂਦੇ ਹਾਂ। ਫੁੱਲਾਂ ਦੀ ਖੇਤੀ ਨਹੀਂ, ਫੁੱਲਾਂ ਦੇ ਬੀਜ ਦੀ ਖੇਤੀ ਕਰਾਉਂਦੇ ਹਾਂ। ਇਹ ਖੇਤੀ ਦੇ ਵਿੱਚੋਂ ਅਸੀਂ ਬੀਜ ਕਿਸਾਨਾਂ ਤੋਂ ਵਾਪਸ ਲੈਂਦੇ ਹਾਂ ਅਤੇ ਉਸ ਦਾ ਤਰੀਕਾ ਕੀ ਹੈ ਉਹ ਅਸੀਂ ਤੁਹਾਨੂੰ ਸਾਰਾ ਸਮਝਾਵਾਂਗੇ। ਅਸੀਂ 1993 ਦੇ 1993 ਦੇ ਵਿੱਚ ਇਹ ਖੇਤੀ ਸ਼ੁਰੂ ਕੀਤੀ ਸੀ ਅਤੇ ਉਸ ਤੋਂ ਬਾਅਦ ਹੁਣ ਤੱਕ ਅਸੀਂ ਇਸ ਖੇਤੀ ਨੂੰ ਵਧਾਉਂਦੇ ਜਾ ਰਹੇ ਹਾਂ। ਇਹ ਖੇਤੀ ਦੇ ਵਿੱਚ ਇਸ ਤਰ੍ਹਾਂ ਕਰਦੇ ਹਾਂ ਕਿ ਅਸੀਂ ਕਿਸਾਨ ਦੇ ਨਾਲ ਇੱਕ ਕੰਟਰੈਕਟ ਕਰ ਲੈਂਦੇ ਹਾਂ। ਅਕਤੂਬਰ ਦੇ ਮਹੀਨੇ 'ਚ, ਸਤੰਬਰ ਅਕਤੂਬਰ ਦੇ ਮਹੀਨੇ 'ਚ ਕੰਟਰੈਕਟ ਕਰਦੇ ਹਾਂ। ਉਸ ਕੰਟਰੈਕਟ ਦੇ ਨਾਲ ਅਸੀਂ ਕਿਸਾਨ ਦੇ ਨਾਲ ਇਹ ਤੈਅ ਕਰ ਲੈਂਦੇ ਹਾਂ ਵੀ ਫਲਾਣੀ ਫਸਲ ਲੱਗਣੀ ਹੈ ਅਤੇ ਉਸ ਫਸਲ ਦਾ ਇਹ ਰੇਟ ਹੋਊਗਾ ਜਦ ਉਹ ਸਾਡੇ ਕੋਲ ਬੀਜ ਲੈ ਕੇ ਆਊਗਾ। ਸੋ ਇਹ ਫਸਲ ਜਿਹੜੀ ਹੈ ਇਹ ਲਗਭਗ 1 ਲੱਖ ਰੁਪਏ ਦੀ ਕਿੱਲੇ ਦੀ ਹੋ ਜਾਂਦੀ ਹੈ। ਕਣਕ ਦੀ ਥਾਂ ਲੱਗਦੀ ਹੈ, ਕਣਕ ਦੇ ਮੌਸਮ 'ਚ ਲੱਗਦੀ ਹੈ ਅਤੇ ਕਣਕ ਦੇ ਮੌਸਮ 'ਚ ਲੱਗ ਕੇ ਇਹ ਫਸਲ ਜਿਹੜੀ ਹੈ ਉਸ ਨੂੰ, ਕਣਕ ਜਿਹੜੀ ਹੈ ਉਹ 40,000 ਦੀ ਹੁੰਦੀ ਹੈ, ਸਾਡੀ ਫਸਲ ਲੱਖ ਤੋਂ 1.5 ਲੱਖ ਦੀ ਪਰ ਕਿੱਲੇ ਦੀ ਹੋ ਜਾਂਦੀ ਹੈ। ਤੇ ਜਾਣੀ ਇਹ ਇੱਕ ਫਾਇਦੇ ਦਾ ਸੌਦਾ ਜੇਕਰ ਕਿਸਾਨ ਵੀਰ ਲਾਉਂਦੇ ਹੈ ਨਾ ਜੀ। ਇਹ ਬਹੁਤ ਵਧੀਆ ਖੇਤੀ ਹੈ, ਪਰ ਥੋੜ੍ਹੀ ਜਿਹੀ ਔਖੀ ਖੇਤੀ ਹੈ। ਇਸ ਕਰਕੇ ਔਖੀ ਹੈ ਕਿ ਇਹਦੇ ਵਿੱਚ ਲੇਬਰ ਦੀ ਲੋੜ ਪੈਂਦੀ ਹੈ, ਕਿਉਂਕਿ ਕਣਕ ਜਿਹੜੀ ਆ ਉਹ ਮਸ਼ੀਨ ਦੇ ਨਾਲ ਬੀਜੀ ਜਾਂਦੀ ਹੈ ਅਤੇ ਮਸ਼ੀਨ ਦੇ ਨਾਲ ਹੀ ਵੱਢੀ ਜਾਂਦੀ ਹੈ। ਸਾਡੀ ਜਿਹੜੀ ਫਸਲ ਹੈ ਉਹਨੂੰ ਮਸ਼ੀਨ ਦੇ ਨਾਲ ਨਾ ਬੀਜਿਆ ਜਾਂਦਾ, ਨਾ ਮਸ਼ੀਨ ਨਾਲ ਵੱਢਿਆ ਜਾਂਦਾ। ਇਹ ਫਿਰ ਬੀਜੀ ਕਿਸ ਹਿਸਾਬ ਦੇ ਨਾਲ ਜਾਂਦੇ, ਕੀ ਤਰੀਕਾ ਇਹਦਾ ਬੀਜਣ ਦਾ? ਜਿਵੇਂ ਅਸੀਂ ਫਸਲਾਂ ਸਬਜ਼ੀ ਲਾਉਂਦੇ ਹਾਂ, ਚੋਕੇ ਲਾਉਣੇ ਪੈਂਦੇ ਬੀਜ ਦੇ,
ਤੇ ਪਨੀਰੀ ਲਾਉਣੀ ਪੈਂਦੀ ਹੈ ਉਸ ਤਰ੍ਹਾਂ ਹੀ ਜਿਸ ਤਰ੍ਹਾਂ ਸਬਜ਼ੀ ਲਾਉਂਦੇ ਹਾਂ। ਇੱਕ ਤਾਂ ਪਹਿਲਾਂ ਤਾਂ ਇਹ ਲੇਬਰ ਦਾ ਕੰਮ ਹੋ ਗਿਆ। ਦੂਸਰਾ ਲੇਬਰ ਦਾ ਕੰਮ ਹੁੰਦਾ ਹੈ ਕਿ ਫਿਰ ਉਸ ਤੋਂ ਬਾਅਦ 2 ਗਡਾਈਆਂ ਕਰਨੀਆਂ ਪੈਂਦੀਆਂ। ਉਹ ਗਡਾਈਆਂ ਵੀ ਕਿਸਾਨ ਨੂੰ ਲੇਬਰ ਤੋਂ ਕਰਾਉਣੀਆਂ ਪੈਂਦੀਆਂ। ਤੀਸਰੀ ਚੀਜ਼ ਇਸ ਦੇ ਵਿੱਚ ਇਹ ਹੁੰਦੀ ਹੈ ਕਿ ਜਦ ਬੀਜ ਪੱਕ ਗਿਆ, ਉਸ ਬੀਜ ਨੂੰ ਤੋੜ ਕੇ ਉਹਦਾ ਬੀਜ ਕੱਢਣਾ ਉਹ ਵੀ ਹੱਥਾਂ ਨਾਲ ਹੀ ਕਰਨਾ ਪੈਂਦਾ। ਉਹਦੇ ਵਾਸਤੇ ਕੋਈ ਮਸ਼ੀਨ ਨਹੀਂ ਹੈ। ਸੋ ਇਹ ਲੇਬਰ ਦਾ ਕੰਮ ਹੈ। ਤੇ ਇੱਕ ਦੂਸਰੀ ਚੀਜ਼ ਇਹ ਹੈ, ਇਹ ਉਸ ਬੰਦੇ ਦੀ ਖੇਤੀ ਹੈ ਜਿਹੜਾ ਖੇਤੀ ਕਰਦਾ ਹੈ, ਜਿਹੜਾ ਕਿਸਾਨ ਹੈ। ਇਹ ਜ਼ਿਮੀਂਦਾਰ ਦੀ ਖੇਤੀ ਨਹੀਂ ਹੈ ਵੀ ਤੁਸੀਂ ਕਦੇ ਆ ਗਏ ਤੇ ਦੇਖ ਗਏ, ਹਫ਼ਤੇ ਬਾਅਦ 2 ਹਫ਼ਤੇ ਬਾਅਦ ਨਾ। ਇਹ ਰੋਜ਼ ਖੇਤ ਜਾਣ ਵਾਲੇ ਦੀ ਫਸਲ ਹੈ। ਤੇ ਜੇ ਮੈਂ ਗੱਲ ਕਰਾਂ ਡਾਕਟਰ ਸਾਹਿਬ, ਤੁਸੀਂ ਇੱਕ ਵੱਖਰਾ ਜਿਹਾ ਪਿੰਡ ਦੇ ਵਿੱਚ ਇਹ ਸਭ ਬਣਾਇਆ, ਇਹ ਆਪਣਾ ਐਡਾ ਵੱਡਾ ਪ੍ਰੋਜੈਕਟ ਸਾਰੇ ਪਿੰਡ ਦੇ ਵਿੱਚ ਲਾਇਆ। ਇਹਦਾ ਕੀ ਕਾਰਨ ਰਹਿੰਦਾ ਹੈ ਕਿ ਲੋਕ ਆਪਣਾ ਬਿਜ਼ਨਸ ਸ਼ੁਰੂ ਕਰਦੇ ਹੁੰਦੇ ਸ਼ਹਿਰਾਂ ਦੇ ਵਿੱਚ, ਵੱਡੀ ਜਿਹੜੀ ਵਾਸਟ ਸਿਟੀਜ਼ ਨੇ ਹਨਾ, ਉੱਥੇ ਸ਼ੁਰੂ ਕਰਦੇ, ਪਰ ਤੁਸੀਂ ਇੱਕ ਪਟਿਆਲੇ ਦੇ ਨਾਲ ਲੱਗਦੇ ਪਿੰਡ ਧਬਲਾਣ ਵਿਖੇ ਇਹ ਖੋਲ੍ਹਿਆ। ਇਹਦੇ 'ਚ ਕੋਈ ਖਾਸ ਗੱਲ ਕਿ ਇਹ ਖੋਲ੍ਹਣ ਦਾ ਕਾਰਨ ਕੀ ਹੈ? ਇਹ ਨਾ ਜੀ, ਜਿਹੜੀ ਖੇਤੀ ਹੈ ਉਹ ਜ਼ਮੀਨ ਦੇ ਨਾਲ ਜੁੜ ਕੇ ਕਰਨ ਦੀ ਕੰਮ ਹੁੰਦਾ। ਅਸੀਂ ਖੇਤੀ ਕਰਦੇ ਹਾਂ, ਇਹਨੂੰ ਬਿਜ਼ਨਸ ਦੀ ਤਰ੍ਹਾਂ ਕਰਦੇ ਹਾਂ। ਪਰ ਇਹ ਜੇ ਅਸੀਂ ਸੋਚੀਏ ਕਿ ਪਟਿਆਲੇ ਰਹਿੰਦੇ ਹੋਏ ਅਸੀਂ ਧਬਲਾਨ 15 ਕਿਲੋਮੀਟਰ ਧਬਲਾਨ ਹੈ, ਉੱਥੇ ਅਸੀਂ ਖੇਤੀ ਕਰ ਲਾਂਗੇ, ਹੋ ਨਹੀਂ ਸਕਦੀ। ਫਿਰ ਇਹ ਖੇਤੀ ਤਾਂ ਹੀ ਹੋਊਗੀ ਜੇ ਅਸੀਂ ਜ਼ਮੀਨ ਦੇ ਨਾਲ ਜੁੜ ਕੇ ਉੱਥੇ ਰਹਿ ਕੇ ਕਰੀਏ। ਹੁਣ ਅਸੀਂ ਇੱਥੇ ਹੀ ਰਹਿੰਦੇ ਹਾਂ ਅਤੇ ਇੱਥੇ ਹੀ ਖੇਤੀ ਕਰਦੇ ਹਾਂ। ਈਵਨ ਇੱਥੇ ਤੱਕ ਹੀ ਨਹੀਂ, ਇੱਕ ਬੇਟਾ ਮੇਰਾ ਜਿਹੜਾ ਉਹ MBA ਕਰਕੇ ਉਹ ਆਇਆ, ਉਹ ਮੇਰੇ ਨਾਲ ਜੁਆਇਨ ਕੀਤਾ ਹੋਇਆ ਪਹਿਲਾਂ ਤੋਂ। ਦੂਸਰਾ ਬੇਟਾ ਮੇਰਾ ਅਮਰੀਕਾ ਸੀ, ਉੱਥੋਂ ਉਹ ਵਾਪਸ ਬੁਲਾਇਆ, ਉਹ ਵੀ ਹੁਣ ਸਾਡੇ ਨਾਲ ਕੰਮ ਕਰਦਾ। ਤੇ ਡਾਕਟਰ ਸਾਹਿਬ, ਇੱਕ ਵੱਖਰੀ ਜੀ ਗੱਲ ਤੁਹਾਡੀਆਂ ਗੱਲਾਂ 'ਚੋਂ ਨਿਕਲ ਕੇ ਆਈ ਕਿ ਲੋਕ ਤਾਂ ਆਪਣੇ ਬੱਚਿਆਂ ਨੂੰ ਪੈਸੇ ਲਾ ਕੇ ਬਾਹਰ ਭੇਜਦੇ ਆ, ਤੁਸੀਂ ਉਹਨਾਂ ਨੂੰ ਇੱਥੇ ਬੁਲਾ ਲਿਆ। ਕੋਈ ਮੁਨਾਫਾ ਦਿਖਦਾ ਸੀ ਜਾਂ ਕੁਝ ਹੋਰ ਸੀ? ਨਹੀਂ, ਇੱਕ ਜਿਹੜਾ ਇਸ ਤਰ੍ਹਾਂ ਦਾ ਕੰਮ ਹੈ ਨਾ, ਜੇ ਵੱਡੀ ਖੇਤੀ ਕਰਨੀ ਹੋਵੇ 100 ਕਿੱਲੇ ਦੇ ਲਗਭਗ ਅਸੀਂ ਖੇਤੀ ਕਰਦੇ ਹਾਂ, ਤਾਂ ਉਹ ਇੱਕ ਬੰਦੇ ਦਾ ਕੰਮ ਨਹੀਂ ਹੈ। ਉਹਦੇ ਵਾਸਤੇ ਲੇਬਰ ਤੇ ਇਲਾਵਾ ਇੱਕ ਮੈਨੇਜਮੈਂਟ ਚਾਹੀਦੀ ਹੁੰਦੀ ਹੈ। ਇੱਕ ਇਹਦੇ ਵਿੱਚ ਕਿਸ ਤਰ੍ਹਾਂ ਕੰਮ ਕਰਨਾ ਉਹ ਚਾਹੀਦਾ ਹੁੰਦਾ। ਇੱਕ ਇਹਨੂੰ ਕਿਸ ਤਰ੍ਹਾਂ ਸੰਭਾਲਣਾ ਉਹ ਚਾਹੀਦਾ ਹੁੰਦਾ। ਕੰਪਿਊਟਰਾਈਜ਼ ਕਰਨਾ ਕਿਸ ਤਰ੍ਹਾਂ ਉਹ ਕਰਨਾ ਹੁੰਦਾ। ਸੋ ਇਸ ਕਰਕੇ ਸਾਨੂੰ ਇਹਦੇ ਵਾਸਤੇ ਮੈਨ ਪਾਵਰ ਆਪਣੇ ਘਰ ਦੀ ਲੋੜ ਸੀ। ਉਹਦੇ ਵਿੱਚ ਇੱਕ ਬੇਟਾ ਮੇਰਾ ਪਹਿਲਾਂ ਹੀ ਮੇਰੇ ਨਾਲ ਸੀ, ਦੂਸਰੇ ਨੂੰ ਅਸੀਂ ਅਮਰੀਕਾ ਤੋਂ ਵਾਪਸ ਬੁਲਾ ਲਿਆ। ਤੇ ਇਹ ਡਾਕਟਰ ਸਾਹਿਬ ਨੇ ਹੋਰ ਗੱਲਾਂ ਕੀ ਜਾਣਾਂਗੇ ਇਹਨਾਂ ਤੋਂ ਕਿ ਕਿਹੜੇ ਮੌਸਮ ਦੇ ਵਿੱਚ ਇਹ ਲੱਗਦੀ ਹੈ, 1 ਕਿੱਲੇ ਦੇ ਵਿੱਚ ਕਿੰਨੀ ਕੁ ਆਮਦਨ ਨਿਕਲ ਜਾਂਦੀ ਹੈ ਤੇ ਕਿੰਨੀ ਕੁ ਉਹਦੀ ਸਾਂਭ ਸੰਭਾਲ ਕਰਨੀ ਪੈਂਦੀ ਹੈ। ਇੱਕ ਆਮ ਬੰਦਾ ਜਿਹਨੂੰ ਕੁਝ ਵੀ ਪਤਾ ਨਹੀਂ, ਉਹ ਇਹ ਖੇਤੀ ਕਿਵੇਂ ਕਰ ਸਕਦਾ? ਡਾਕਟਰ ਸਾਹਿਬ ਇਹ ਦੱਸੋ ਕਿ ਜਿਹੜਾ ਬੰਦਾ ਅਣਜਾਣ ਹੈ, ਜਿਹੜਾ ਬੰਦਾ ਝੋਨਾ ਜਾਂ ਕਣਕ ਬੀਜ ਲੈਂਦਾ, ਉਹਨੂੰ ਤੀਜੀ ਖੇਤੀ ਦੇ ਬਦਲ ਦਾ ਕੁਝ ਪਤਾ ਹੀ ਨਹੀਂ, ਤੇ ਫਿਰ ਉਹ ਬੰਦਾ ਜੇ ਖੇਤੀ ਕਰਨੀ ਚਾਹਵੇ ਕਿਵੇਂ ਕਰ ਸਕਦਾ? ਉਹ ਇਸ ਤਰ੍ਹਾਂ ਜੀ ਕਿ ਸਤੰਬਰ ਅਕਤੂਬਰ ਦੇ ਮਹੀਨੇ ਵਿੱਚ ਅਸੀਂ ਇਸ ਖੇਤੀ ਕਰਾਉਣ ਵਾਸਤੇ ਏਰੀਆ ਬੁੱਕ ਕਰਦੇ ਹਾਂ। ਕਿਸੇ ਨੇ 4 ਕਿੱਲੇ ਲਾਉਣੇ, ਕਿਸੇ ਨੇ 2 ਲਾਉਣੇ ਆ, ਕਿਸੇ ਨੇ 10 ਲਾਉਣੇ ਆ। ਉਹ ਸਾਡੇ ਕੋਲ ਇੱਥੇ ਆਉਂਦਾ, ਅਸੀਂ ਇੱਕ ਕੰਟਰੈਕਟ ਬਣਾਉਂਦੇ ਹਾਂ ਉਹਦਾ। ਹਾਂਜੀ, ਉਹ ਕੰਟਰੈਕਟ ਜਿਹੜਾ ਹੈ, ਉਹ ਕੰਟਰੈਕਟ ਦੇ ਵਿੱਚ ਲਿਖਿਆ ਹੁੰਦਾ ਵੀ ਫਲਾਣੀ ਫਸਲ ਲਾਉਣੀ ਆ, ਇੰਨਾ ਏਕੜ ਲਾਉਣੇ ਆ, ਆਹ ਉਹਦਾ ਰੇਟ ਹੈ, ਇੰਨੀ ਨਿਕਲੂਗੀ। ਉਹ ਪਨੀਰੀ ਤੋਂ ਲੱਗਣੀ ਆ, ਬੀਜ ਤੋਂ ਲੱਗਣੀ ਆ। ਫਿਰ ਉਸ ਤੋਂ ਬਾਅਦ ਉਸ ਬੰਦੇ ਦੇ ਫਾਰਮ 'ਤੇ, ਉਸ ਬੰਦੇ ਦੇ ਖੇਤ 'ਚ ਅਸੀਂ ਪਨੀਰੀ ਜਾਂ ਬੀਜ ਫ੍ਰੀ ਭੇਜਦੇ ਹਾਂ। ਉਹਦੀ ਕੋਈ ਕਾਸਟ ਨਹੀਂ। ਪਨੀਰੀ ਜਾਂ ਬੀਜ ਜੋ ਵੀ ਦੇਣਾ ਅਸੀਂ ਉਹ ਫ੍ਰੀ ਦੇਣਾ। ਉੱਥੇ ਉਹ ਦੇ ਕੇ ਆਉਂਦੇ, ਉੱਥੇ ਜਾ ਕੇ ਸਮਝਾ ਕੇ ਉਹਨੂੰ ਇਸ ਤਰ੍ਹਾਂ ਲਾਉਣਾ। ਫਿਰ ਅਸੀਂ ਮਹੀਨੇ 'ਚ 1 ਜਾਂ 2 ਵਾਰੀ ਉਹਦੇ ਖੇਤ 'ਚ ਜਾ ਕੇ ਉਹਨੂੰ ਦੱਸਦੇ ਹਾਂ ਵੀ ਖੇਤੀ ਇਸ ਤਰ੍ਹਾਂ ਕਰਨੀ ਹੈ। ਤੇਰੇ ਕੋਈ ਬਿਮਾਰੀ ਲੱਗੀ ਹੈ ਤਾਂ ਆਹ ਸਪਰੇਅ ਕਰ ਲੈ, ਜੇ ਤੂੰ ਗਡਾਈ ਨਹੀਂ ਕਰੀ ਤਾਂ ਗਡਾਈ ਕਰ ਲੈ, ਜੇ ਕੋਈ ਹੋਰ ਕੰਮ ਕਰਨ ਵਾਲਾ ਤਾਂ ਉਹ ਕਰ ਲੈ, ਕਿਸ ਤਰ੍ਹਾਂ ਬੀਜ ਨੂੰ ਤੋੜਨਾ ਉਹ ਵੀ ਉੱਥੇ ਜਾ ਕੇ ਸਾਰਾ ਸਮਝਾਉਂਦੇ। 6 ਮਹੀਨੇ ਅਸੀਂ ਉਹਦੇ ਖੇਤ 'ਚ ਲਗਭਗ 10-12 ਵਾਰੀ ਜਾਂਦੇ ਹਾਂ, ਉਹਨੂੰ ਜਾ ਕੇ ਸਮਝਾਉਂਦੇ ਹਾਂ ਵੀ ਆਹ ਖੇਤੀ ਇਸ ਤਰ੍ਹਾਂ ਕਰਨ ਵਾਲੀ ਹੁੰਦੀ ਹੈ, ਆਹ ਕੰਮ ਕਰਨੇ ਆ ਤੂੰ। ਸੋ ਇਸ ਕਰਕੇ ਉਹਨੂੰ ਮਤਲਬ ਇੱਕ ਔਨ ਫਾਰਮ ਟ੍ਰੇਨਿੰਗ ਹੈ। ਬੁਕਿੰਗ ਪਹਿਲਾਂ ਹੋ ਗਈ, ਫਿਰ ਉਸ ਤੋਂ ਬਾਅਦ ਜਦੋਂ ਬੀਜ ਪੱਕ ਗਿਆ, ਉਹ ਬੀਜ ਅਸੀਂ ਚੱਕ ਵੀ ਲਿਆਉਂਦੇ ਹਾਂ ਉੱਥੋਂ, ਆਪਣੀ ਗੱਡੀ ਭੇਜ ਕੇ ਚੱਕ ਲਿਆਉਂਦੇ। ਅਤੇ ਉਹ ਚੱਕ ਕੇ ਲਿਆ ਕੇ ਉਹ ਜਿਹੜਾ ਬੀਜ ਹੈ ਉਹ ਫਿਰ ਇੱਥੇ ਸਾਫ਼ ਹੁੰਦਾ। ਉਹ ਸਾਫ਼ ਕਰਨ ਵਾਸਤੇ ਉਸ ਫਾਰਮਰ ਨੂੰ ਉਰੇ ਆਉਣਾ ਪੈਂਦਾ, ਉਹਦੇ ਸਾਹਮਣੇ ਸਾਫ਼ ਕਰਦੇ ਹਾਂ। ਜੇ ਉਹਨੇ ਲਗਭਗ 100 ਕਿਲੋ ਬੀਜ ਭੇਜਿਆ ਤਾਂ ਉਹ 'ਚੋਂ ਕਿੰਨਾ ਨਿਕਲਿਆ, 90 ਕਿਲੋ ਨਿਕਲਿਆ ਜਾਂ 80 ਨਿਕਲਿਆ, ਕਿੰਨਾ ਨਿਕਲਿਆ, ਉਹਦੇ ਸਾਹਮਣੇ ਨਿਕਲਣਾ। ਉਹਨਾਂ ਦੇ ਰਹਿਣ ਦੀ ਥਾਂ ਇੱਥੇ 1 ਦਿਨ ਲੱਗੇ, 2 ਦਿਨ ਲੱਗੇ, ਉਹ ਆਪਣੇ ਸਾਹਮਣੇ ਬੀਜ ਸਾਫ਼ ਕਰਾਉਂਦੇ ਆ। ਉਹ ਸਾਫ਼ ਕਰਾ ਕੇ ਉਹਦੀ ਫਿਰ ਪੇਮੈਂਟ ਹੋ ਜਾਂਦੀ ਹੈ। ਤੇ ਆਪਾਂ ਹੁਣ ਮੁਨਾਫੇ ਦੀ ਗੱਲ ਕਰ ਲਓ, ਆਜੋ ਮੇਰੇ ਨਾਲ, ਕਿ ਚਲੋ ਕਿਸੇ ਬੰਦੇ ਕੋਲੇ ਜਿਹਦੇ ਕੋਲ 1-2 ਕਿੱਲੇ ਨੇ, ਉਹ ਬੰਦਾ ਇਹ ਖੇਤੀ ਕਰ ਸਕਦਾ, ਉਹਦੇ ਲਈ ਇਹ ਮੁਨਾਫੇ ਦਾ ਸੌਦਾ ਹੈਗਾ ਡਾਕਟਰ ਸਾਹਿਬ? ਜਾਂ ਜਿਨ੍ਹਾਂ ਕੋਲੇ ਬਹੁਤ ਜ਼ਿਆਦਾ ਕਿੱਲੇ ਨੇ ਉਹੀ ਬੰਦੇ ਇਹ ਖੇਤੀ ਕਰ ਸਕਦੇ? ਨਹੀਂ, ਇਹ ਅਸੀਂ ਤਾਂ ਸੋਚਦੇ ਹਾਂ ਜੀ ਵੀ ਇਹ ਛੋਟੇ ਕਿਸਾਨ ਦੀ ਹੀ ਖੇਤੀ ਹੈ, ਜਿਹਦੀ ਲੇਬਰ ਜਿਹੜੀ ਆਪਣੇ ਘਰ ਦੀ ਹੈ
ਉਹਦੇ ਬੱਚੇ, ਉਹਦੀ ਵਾਈਫ, ਆਪ ਉਹ ਕੰਮ ਕਰਦਾ ਖੇਤ 'ਚ, ਉਹਦੀ ਖੇਤੀ ਹੈ ਇਹ। ਅੱਛਾ, ਤੇ ਮੈਂ ਇੱਥੇ ਇੱਕ ਗੱਲ ਹੋਰ ਜਾਣਨੀ ਤੁਹਾਡੇ ਤੋਂ ਚਾਹੂੰਗਾ ਕਿ ਜਿਹੜਾ ਬੰਦਾ ਹੁਣ ਮੰਨ ਲਓ ਕੋਈ ਪਿੰਡਾਂ ਚੋਂ ਹੈ, ਸ਼ਹਿਰ ਬਹੁਤ ਦੂਰ ਪੈ ਜਾਂਦਾ ਹੈ, ਫਿਰ ਉਹ ਖੇਤੀ ਕਿਵੇਂ ਸਰਵਾਈਵ ਕਰੂ? ਕਿਉਂਕਿ ਜਦੋਂ ਫੁੱਲ ਲੱਗਦੇ ਆ, ਫੁੱਲਾਂ ਨੂੰ ਮੰਡੀ ਦੇ ਵਿੱਚ ਜਿਹੜੀ ਤੁਹਾਡੀ ਲੱਗਦੀ ਹੈ ਉਹਦੇ ਵਿੱਚ ਵੇਚਣਾ ਪੈਂਦਾ, ਜਾਂ ਕੋਈ ਹੋਰ ਕੰਪਨੀ ਆਉਂਦੀ ਹੈ ਜਿਹੜੀ ਇਹ ਫੁੱਲਾਂ ਨੂੰ ਖਰੀਦਦੀ ਹੈ? ਫੁੱਲ ਨਹੀਂ ਅਸੀਂ ਲੈਣੇ ਉਹ ਤੋਂ, ਅਸੀਂ ਉਹ ਤੋਂ ਪੱਕਿਆ ਹੋਇਆ ਬੀਜ ਲੈਣਾ। ਨਹੀਂ, ਜਿਹੜੇ ਫੁੱਲ ਲੱਗਦੇ, ਉਹ ਜਿਹੜੇ ਫੁੱਲ ਲੱਗਦੇ ਉਸੇ ਨੂੰ ਬੀਜ ਬਣ ਜਾਂਦਾ, ਫਿਰ ਅੱਛਾ, ਫੁੱਲਾਂ ਨੂੰ ਹੀ ਬੀਜ ਬਣਦਾ। ਉਹ ਬੀਜ ਅਸੀਂ ਵਾਪਸ ਲੈਣਾ, ਸਾਰੇ ਦਾ ਸਾਰਾ, ਕੁਆਂਟਲ ਹੋਵੇ, 10 ਹੋਵੇ, 15 ਹੋਵੇ, ਅੱਛਾ, ਅਸੀਂ ਸਾਰੇ ਦਾ ਸਾਰਾ ਉਹ ਤੋਂ ਬੀਜ ਵਾਪਸ ਲੈਣਾ। ਉਹਨੇ ਫੁੱਲ ਵੇਚਣ ਨਹੀਂ ਜਾਣਾ ਕਿਤੇ, ਫੁੱਲ ਵੇਚਣ ਵਾਲੇ ਨਹੀਂ ਹੁੰਦੇ, ਬੀਜ ਉਹਨੂੰ ਜਿਹੜਾ ਲੱਗੂਗਾ ਫੁੱਲਾਂ ਨੂੰ ਉਹ ਵੇਚਣ ਵਾਲਾ ਹੁੰਦਾ। ਅੱਛਾ, ਹਾਂਜੀ, ਉਹ ਅਸੀਂ ਉਸ ਤੋਂ ਸਾਰੇ ਦਾ ਸਾਰਾ ਵਾਪਸ ਲੈ ਲੈਣਾ। ਅੱਛਾ, ਫਿਰ ਵਾਪਸ ਲੈ ਕੇ ਫਿਰ ਉਹ ਬੀਜ ਦਾ ਕੀ ਪ੍ਰੋਸੈਸ ਹੁੰਦਾ ਉਹ ਦੱਸੋ। ਕਿ ਫਿਰ ਅਸੀਂ ਸਾਫ਼ ਕਰਦੇ ਹਾਂ, ਮੈਂ ਤੁਹਾਨੂੰ ਦਿਖਾਉਣਾ ਕਿਸ ਤਰ੍ਹਾਂ ਮਸ਼ੀਨਾਂ ਜਿਹੜੀਆਂ ਉਹ ਸਾਡੇ ਬੀਜ ਨੂੰ ਸਾਫ਼ ਕਰਦੀਆਂ। ਉਹ ਜਦ ਸਾਫ਼ ਹੋ ਜਾਂਦਾ, ਸਾਫ਼ ਹੋਣ ਤੋਂ ਬਾਅਦ ਫਿਰ ਉਹ ਬੀਜ ਜਿਹੜਾ ਉਹ ਬੈਗਾਂ 'ਚ ਪੈਕ ਹੋ ਕੇ, ਆ ਜਿਸ ਤਰ੍ਹਾਂ ਦੇ ਡੱਬੇ ਪਿੱਛੇ ਪਏ ਆ, ਇਹਨਾਂ ਡੱਬਿਆਂ ਦੇ ਵਿੱਚ ਐਕਸਪੋਰਟ ਹੁੰਦਾ ਸਾਰੇ ਦਾ ਸਾਰਾ, ਜਾਣੀ ਬਾਹਰ ਹੀ ਜਾਂਦਾ ਹੈ ਬੀਜ ਸਾਰਾ? ਬਾਹਰ ਜਾਂਦਾ ਬੀਜ। ਇਹ ਅਸੀਂ 10 ਮੁਲਕਾਂ ਨੂੰ ਬੀਜ ਭੇਜਦੇ ਹਾਂ। ਕਿਹੜੇ ਕਿਹੜੇ ਮੁਲਕ ਨੇ ਡਾਕਟਰ ਸਾਹਿਬ? ਅਮਰੀਕਾ ਸਭ ਤੋਂ ਵੱਡਾ ਹੈ, ਉਸ ਤੋਂ ਬਾਅਦ ਹਾਲੈਂਡ, ਪੋਲੈਂਡ, ਜਰਮਨੀ, ਫਰਾਂਸ, ਯੂਕੇ, ਇਸ ਤਰ੍ਹਾਂ ਮਿਡਲ ਈਸਟ ਦੇ ਕਈ ਕੰਟਰੀਜ਼, ਸਾਰਿਆਂ ਨੂੰ ਬੀਜ ਆਉਂਦਾ। ਫਿਰ ਡਾਕਟਰ ਸਾਹਿਬ ਉਹ ਬੀਜਾਂ ਦਾ ਉਹ ਬੰਦੇ ਕੀ ਕਰਦੇ? ਬੀਜ ਉਹ ਫਿਰ ਆਪਣੇ ਘਰਾਂ 'ਚ ਹੀ ਲਾਉਂਦੇ ਆ ਜੀ, ਉਹ ਘਰਾਂ 'ਚ ਬਾਗਾਂ 'ਚ ਲਾਉਂਦੇ ਆ। ਹਾਂ, ਉਹ ਬਾਗਾਂ 'ਚ ਲਾਉਣ ਵਾਸਤੇ ਬੀਜ ਜਾਂਦਾ। ਇਹ ਮਤਲਬ ਕਿਸੇ ਦਵਾਈ ਨਹੀਂ ਬਣਦੀ ਇਹਦੀ ਕੋਈ, ਇਹ ਸਿਰਫ ਜਿੰਨਾ ਬੀਜ ਆਉਂਦਾ, ਅਸੀਂ ਲਗਭਗ 1800 ਕੁਇੰਟਲ ਬੀਜ ਭੇਜਦੇ ਹਾਂ, ਉਹ ਸਾਰਾ ਲੋਕਾਂ ਦੇ ਘਰਾਂ 'ਚ ਹੀ ਲੱਗਦਾ। ਹਾਂ, ਇਹਦੇ ਚ ਕਿਹੜੇ ਕਿਹੜੇ ਬੀਜ ਆ ਜਾਂਦੇ, ਕਿਹੜੇ ਕਿਹੜੇ ਫੁੱਲ ਆ ਜਾਂਦੇ? ਇਹਦੇ 'ਚ 150 ਕਿਸਮਾਂ ਹੈ ਬੀਜ ਦੀਆਂ। ਹਾਂਜੀ, ਤੇ ਇਹਦੇ 'ਚ ਮੇਨ ਜਿਹੜੀਆਂ ਕਿਸਮਾਂ ਉਹ ਹੈ ਜਿਸ ਤਰ੍ਹਾਂ ਪੈਨਜ਼ੀ, ਡੇਜ਼ੀ, ਕੈਲੈਂਡੂਲਾ, ਕਲਾਰਕੀਆ, ਕਲੋਮ, ਇਸ ਤਰ੍ਹਾਂ ਦੀਆਂ ਫਸਲਾਂ ਹੈ, ਕਲਾਰਕੀਆ, ਇਹ ਫਸਲਾਂ ਨੇ ਸਾਰੀਆਂ। ਇਹ 150 ਕਿਸਮਾਂ ਜਿਹੜੀਆਂ ਅਸੀਂ ਕਿਸਾਨਾਂ ਤੋਂ ਪ੍ਰੋਡਿਊਸ ਕਰਾਉਂਦੇ ਹਾਂ। ਅਤੇ ਸਾਡੇ ਕੋਲ ਮਤਲਬ ਉਹ ਕਿਸਾਨ ਜਿਹੜੇ ਪਹਿਲੇ ਟ੍ਰੇਨਡ ਹੈ, ਹੁਣ ਸਾਡੇ ਕੋਲ 1996 ਤੋਂ ਲੋਕ ਲਾਉਂਦੇ ਆ ਬੀਜ ਇਹ ਆਪਣੇ, ਅਤੇ ਜਿਹੜੇ ਅਸੀਂ 1996 ਤੋਂ ਲਾਉਂਦੇ ਉਹ ਖੁਸ਼ਹਾਲ ਹੋ ਗਏ ਹੁਣ। ਉਹ ਹਰੇਕ ਸਾਲ ਉਹਨਾਂ ਨੇ ਬਹੁਤ ਵਧੀਆ ਖੇਤੀ ਕੀਤੀ, ਬਹੁਤ ਵਧੀਆ ਖੇਤੀ ਕਰਕੇ ਪੈਸਾ ਕਮਾਇਆ। ਪੈਸੇ ਨਾਲ ਹੁਣ ਉਹਨਾਂ ਨੇ ਘਰ ਪਾ ਲਏ, ਕਾਰਾਂ ਲੈ ਲਈਆਂ, ਆਪਣੇ ਬੱਚਿਆਂ ਨੂੰ ਬਾਹਰ ਪੜ੍ਹਾਉਂਦੇ ਆ। ਡਾਕਟਰ ਸਾਹਿਬ ਇਹ ਦੱਸੋ ਕਿ ਇਹ ਕੀ ਪ੍ਰੋਸੈਸ ਹੋ ਰਿਹਾ ਸਾਰਾ? ਇਹ ਨਾ ਜੀ ਅਸੀਂ ਇੰਡੀਆ ਦੇ ਵਿੱਚ ਵੀ ਮਾਰਕੀਟ ਕਰਦੇ ਹਾਂ, ਆਨਲਾਈਨ ਮਾਰਕੀਟਿੰਗ ਹੈ। ਇਹਦੇ ਵਿੱਚ ਸਾਡੇ ਕੋਲ ਲਗਭਗ 100 150 ਆਰਡਰ ਰੋਜ਼ ਆ ਜਾਂਦਾ। ਉਹਦੇ ਵਾਸਤੇ ਇਹ ਸੀਡ ਪੈਕ ਹੋ ਰਿਹਾ। ਇਹ ਮੈਂ ਤੁਹਾਨੂੰ ਇੱਕ ਪੈਕਟ ਦਿਖਾਉਣਾ। ਇੱਕ ਪੈਕਟ ਦੇ ਵਿੱਚ ਖੁੱਲ੍ਹਾ ਦਿਖਾਇਆ, ਖੁੱਲ੍ਹਾ, ਇਹ ਬੀਜ ਹੈ। ਅੱਛਾ, ਇਹ ਬੀਜ ਹੈ? ਹਾਂਜੀ, ਇਹ ਬੀਜ ਇਹਦੇ 'ਚ ਪਾਇਆ। ਨਾਲ ਇਹਦੇ ਵਿੱਚ ਉਹਨਾਂ ਨੇ ਕਿਸ ਤਰ੍ਹਾਂ ਬੀਜਣਾ ਇਹਨੂੰ, ਉਹਦਾ ਤਰੀਕਾ ਪਾਇਆ। ਅੱਛਾ ਜੀ, ਇਹ ਵੀ ਆ ਪਾਇਆ। ਫਿਰ ਇਹ ਤੋਂ ਬਾਅਦ ਇਹ ਸੀਲ ਹੋ ਜਾਂਦਾ। ਇਹ ਪੈਕਟ ਬਣ ਗਿਆ। ਹੁਣ ਇਹ ਪੈਕਟ ਜਿਹੜਾ ਇਹ ਲੋਕਾਂ ਦੇ ਘਰਾਂ ਵਾਸਤੇ ਆ। ਉਹਨਾਂ ਨੇ ਆਪਣੇ ਘਰ 'ਚ, ਆਪਣੀ ਫੈਕਟਰੀ 'ਚ, ਆਪਣੇ ਕਿਸੇ ਬਾਗ 'ਚ ਲਾਉਣਾ, ਇਹ ਉਹਨਾਂ ਵਾਸਤੇ ਬੀਜ ਹੈ। ਇਹ ਇੰਡੀਆ ਦੇ ਵਿੱਚ ਜਾਂਦਾ। ਹੁਣ ਇਹ ਬਰੋਕਲੀ ਹੈ। ਹਾਂਜੀ, ਇਹ ਜਿਹੜੀ ਹੈ ਇਹ ਲੋਕਾਂ ਦੇ ਘਰਾਂ ਵਿੱਚ ਜਾ ਕੇ ਉਹਨਾਂ ਦੇ ਘਰਾਂ 'ਚ ਸੇਲ ਕਰਨ ਵਾਸਤੇ, ਜਿਹੜਾ ਇੰਡੀਆ ਦੇ ਵਿੱਚ ਅਸੀਂ ਮਾਰਕੀਟਿੰਗ ਕਰਦੇ ਹਾਂ, ਉਹਦੇ ਵਾਸਤੇ ਇਹ ਬੀਜ ਹੈ। ਇਹ ਇੰਡੀਆ ਦੇ ਵਿੱਚ ਡਿਫਰੈਂਟ ਸਾਨੂੰ ਰੋਜ਼ ਆਰਡਰ ਆਉਂਦੇ ਆ, ਅਸੀਂ ਉਹਨਾਂ ਨੂੰ ਇੱਥੋਂ ਪੈਕ ਕਰਕੇ ਉਹਨਾਂ ਦੇ ਕੋਲ ਭੇਜਦੇ ਹਾਂ। ਇਸ ਤੋਂ ਪਹਿਲਾਂ ਇਹ ਪੈਕ ਕਰ ਰਹੀਆਂ ਬੀਜ। ਇਹ ਹਰੇਕ ਤਰ੍ਹਾਂ ਦੀ ਵੈਰਾਈਟੀ ਹੈ। ਇੱਥੇ ਅਸੀਂ 100 ਤਰ੍ਹਾਂ ਦੀਆਂ ਵੈਰਾਈਟੀਆਂ ਲਗਭਗ ਸੇਲ ਕਰਦੇ ਹਾਂ ਇੰਡੀਆ ਦੇ ਵਿੱਚ। ਹਾਂਜੀ, ਉਹ ਅਸੀਂ ਪੈਕ ਕਰਦੇ ਹਾਂ। ਪੈਕ ਕਰਕੇ ਉਹਨਾਂ ਨੂੰ ਅਸੀਂ ਬਾਹਰ ਭੇਜਦੇ ਹਾਂ। ਹਰੇਕ ਬੀਜ ਜਿਹੜਾ ਅਸੀਂ ਬਾਹਰ ਭੇਜਦੇ ਹਾਂ, ਇੰਡੀਆ 'ਚ ਭੇਜਦੇ ਹਾਂ, ਉਹਦੀ ਜੰਮ ਚੈੱਕ ਕਰੀ ਹੁੰਦੀ ਹੈ। ਮੈਂ ਤੁਹਾਨੂੰ ਦਿਖਾਵਾਂਗਾ ਜੰਮ ਕਿਵੇਂ ਚੈੱਕ ਕਰਦੇ ਹਾਂ ਆਪਾਂ। ਉਹ ਜੰਮ ਉਹਦਾ 85 ਦਾਣੇ ਜੰਮਣੇ ਚਾਹੀਦੇ ਆ 100 ਚੋਂ, ਤਾਂ ਅਸੀਂ ਉਹਨੂੰ ਬਾਹਰ ਕੱਢਦੇ ਹਾਂ ਆਪਣੀ ਇੱਥੇ ਫੈਕਟਰੀ ਦੇ ਵਿੱਚੋਂ। ਅਦਰਵਾਈਜ਼ ਉਹਨੂੰ ਅਸੀਂ ਦਿੰਦੇ ਨਹੀਂ ਬਾਹਰ ਕਿਸਾਨਾਂ ਕਿਸੇ ਨੂੰ ਵੇਚਣ ਵਾਸਤੇ। ਸੋ ਇਹ ਸਾਰਾ ਪ੍ਰੋਸੈਸ ਹੋ ਰਿਹਾ। ਦਰਸ਼ਕ ਦੇਖ ਰਹੇ ਹੋਣਗੇ ਕਿ ਕਿਵੇਂ ਪੈਕਿੰਗ ਹੁੰਦੀ ਹੈ, ਕਿਵੇਂ ਮਿਣ ਕੇ ਤੋਲ ਕੇ ਇਹ ਫੁੱਲਾਂ ਦੀ ਪੈਕਿੰਗ ਕੀਤੀ ਜਾਂਦੀ ਹੈ। ਇਹ ਸਾਰਾ ਪ੍ਰੋਸੈਸ ਹੈ ਜਿੱਥੇ ਪੈਕਿੰਗ ਕੀਤੀ ਜਾਂਦੀ ਹੈ ਫੁੱਲਾਂ ਦੀ, ਸਬਜ਼ੀਆਂ ਦੇ, ਬੀਜਾਂ ਦੀ। ਡਾਕਟਰ ਸਾਹਿਬ, ਜਿਹੜੇ ਰੂਮ ਦੇ ਵਿੱਚ ਆਪਾਂ ਹੁਣ ਖੜ੍ਹੇ ਹਾਂ, ਇਹ ਰੂਮ ਦੇ ਵਿੱਚ ਕੀ ਹੈ? ਇਹ ਕੋਲਡ ਰੂਮ ਹੈ ਜੀ। ਇਹਦੇ ਵਿੱਚ ਅਸੀਂ ਹਿਊਮਿਡਿਟੀ ਅਤੇ ਟੈਂਪਰੇਚਰ ਫਿਕਸ ਰੱਖਦੇ ਹਾਂ ਸਾਰਾ ਸਾਲ। ਇਹਦੇ ਵਿੱਚ ਹੁਣ ਆਹ ਜਿਹੜੇ ਡੱਬੇ ਪਏ ਆ ਪਿੱਛੇ, ਇਹ ਡੱਬਿਆਂ ਦੇ ਵਿੱਚ ਬੀਜ ਬਾਹਰ ਜਾਂਦਾ। ਇਹ ਡੱਬੇ ਉਹ ਨੇ ਜਿਹੜੇ ਅਸੀਂ ਐਕਸਪੋਰਟ ਵਾਸਤੇ ਯੂਜ਼ ਕਰਦੇ ਹਾਂ। ਇਹਦੇ 'ਚ ਹਰੇਕ ਡੱਬੇ 'ਚ ਲਗਭਗ 5 ਕੁਇੰਟਲ ਬੀਜ ਹੁੰਦਾ।
ਇਹ ਬਾਹਰ ਜਾਂਦਾ ਬੀਜ ਇਸ ਡੱਬਿਆਂ ਦੇ ਵਿੱਚ ਤੇ ਇੱਥੇ ਰੱਖ ਦਿੰਦੇ ਇਹਨੂੰ ਲਿਆ ਕੇ ਪਹਿਲਾਂ। ਇਹ ਜਿਹੜਾ ਕਮਰਾ ਹੈ ਇਹ ਇੱਕ ਫਰਿੱਜ ਦੀ ਤਰ੍ਹਾਂ ਹੈ। ਇਹ ਸਾਰੇ ਆਲੇ ਦੁਆਲੇ ਇਹਦੇ ਪਫ ਪੈਨਲ ਲੱਗੀ ਹੋਈ ਹੈ। ਇਹ ਜੇ ਬੀਜ ਦੇ ਵਿੱਚ ਮੋਇਸਚਰ ਜ਼ਿਆਦਾ ਹੋਵੇ, ਨਮੀ ਜ਼ਿਆਦਾ ਹੋਵੇ, ਉਹਨੂੰ ਖਿੱਚ ਲੈਂਦਾ। 10 ਤੋਂ 15 ਦਿਨ ਅਸੀਂ ਇਹਦੇ ਵਿੱਚ ਰੱਖਦੇ ਹਾਂ। ਇਹ 2 ਸਾਡੇ ਕੋਲ ਇਸ ਤਰ੍ਹਾਂ ਦੇ ਕਮਰੇ ਆ। 700 ਕੁਇੰਟਲ ਸਾਡੀ ਸਟੋਰੇਜ ਇੱਥੇ ਹੋ ਸਕਦੀ ਹੈ। ਇਹਦੇ 'ਚ ਅਸੀਂ ਬੀਜ ਨੂੰ ਰੱਖਦੇ ਹਾਂ। ਇੱਥੋਂ ਬੀਜ ਦੀ ਜਿਹੜੀ ਨਮੀ ਹੈ ਉਹ ਫਿਰ ਲਗਭਗ 9% 'ਤੇ ਆ ਜਾਂਦੀ ਹੈ। ਫਿਰ ਅਸੀਂ ਇੱਥੋਂ ਐਕਸਪੋਰਟ ਕਰਦੇ ਹਾਂ। ਅਤੇ ਬਾਕੀ ਜਿਹੜਾ ਇਹਦੇ ਪਿੱਛੇ ਆ ਨੀਲੇ ਕਰੇਟਾਂ ਦੇ ਵਿੱਚ ਬੀਜ ਪਿਆ, ਇਹ ਬੀਜ ਇੱਥੇ 4 ਤੋਂ 5 ਸਾਲ ਤੱਕ ਉਹੀ ਜੰਮ ਬਣਾਈ ਰੱਖਦਾ, ਕਿਉਂਕਿ ਇਹ ਇੱਕ ਫਿਕਸ ਟੈਂਪਰੇਚਰ 'ਤੇ ਰਹਿੰਦਾ, ਫਿਕਸ ਟੈਂਪਰੇਚਰ ਅਤੇ ਫਿਕਸ ਨਮੀ 'ਤੇ ਰਹਿੰਦਾ। ਇਸ ਕਰਕੇ ਇਹਦਾ ਜੰਮ ਖਰਾਬ ਨਹੀਂ ਹੁੰਦਾ। ਅਤੇ ਸਾਨੂੰ ਜੇ 4 ਸਾਲ ਬਾਅਦ ਵੀ ਕੋਈ 5 ਸਾਲ ਬਾਅਦ ਵੀ ਬੀਜ ਚਾਹੀਦਾ ਅਤੇ ਸਾਡੇ ਕੋਲ ਇੱਥੇ ਸੇਫ ਪਿਆ। ਉਹ ਇਹ ਸੇਫ ਰੱਖਣ ਵਾਸਤੇ ਜਗ੍ਹਾ, ਇਹ ਬੀਜ ਦੀ ਜਿਹੜਾ ਜੰਮ ਹੈ ਅਤੇ ਉਹਨੂੰ ਅਤੇ ਉਹਦੀ ਪਿਓਰਿਟੀ ਨੂੰ ਸਾਫ਼ ਰੱਖਦਾ, ਠੀਕ ਰੱਖਦਾ, ਉਹਨੂੰ ਖਰਾਬ ਨਹੀਂ ਹੋਣ ਦਿੰਦਾ। ਸੋ ਇੱਥੇ ਬੀਜ ਜਿਹੜਾ ਉਹਦੀ ਲਾਈਫ 4 ਤੋਂ 5 ਸਾਲ ਦੀ ਹੈ। ਡਾਕਟਰ ਸਾਹਿਬ ਇਹ ਦੱਸੋ ਕਿ ਇਹ ਮਸ਼ੀਨਾਂ ਕਿਸ ਕੰਮ ਦੇ ਲਈ ਵਰਤੀਆਂ ਜਾਂਦੀਆਂ ਨੇ, ਇਹਨਾਂ ਦਾ ਕੀ ਕੰਮ ਹੈ? ਜਦ ਕਿਸਾਨ ਆਪਣਾ ਬੀਜ ਲੈ ਕੇ ਆਉਂਦਾ ਜੀ, ਉਹਨੂੰ ਅਸੀਂ ਕਹਿੰਦੇ ਆਪਣੇ ਸਾਹਮਣੇ ਆਪਣਾ ਬੀਜ ਸਾਫ਼ ਕਰਾ, ਕਿਉਂਕਿ ਜਿਹੜੀ ਕੀਮਤ ਮਿਲਣੀ ਹੈ ਨਾ ਜੀ ਉਹ ਸਾਫ਼ ਬੀਜ ਦੀ ਹੈ। ਉਹ ਸਾਫ਼ ਕਰਾਉਣ ਵਾਸਤੇ ਕਿਸਾਨ ਨੂੰ ਟਰਾਂਸਪੇਰੈਂਟ ਕੀਤਾ ਹੋਇਆ ਸੀ ਕਿ ਆਪਣੇ ਸਾਹਮਣੇ ਖੜ੍ਹ ਕੇ ਉਹ ਬੀਜ ਸਾਫ਼ ਕਰਾਵੇ। ਇਹ ਸਾਰੀਆਂ ਮਸ਼ੀਨਾਂ ਬੀਜ ਨੂੰ ਸਾਫ਼ ਕਰਨ ਦੀਆਂ ਨੇ। ਇਹਦੇ 'ਚ ਕੁਛ ਹੈਗੀਆਂ ਇਸ ਤਰ੍ਹਾਂ ਦੀਆਂ ਮਸ਼ੀਨਾਂ ਜਿਨ੍ਹਾਂ 'ਚ ਝਾਰੇ ਲੱਗੇ ਆ, ਉਹ ਝਾਰਿਆਂ ਦੇ ਨਾਲ ਬੀਜ ਨੂੰ ਇੱਕ ਬਰਾਬਰ ਦਾ ਕੱਢਦੀਆਂ। ਕੁਛ ਮਸ਼ੀਨਾਂ ਇਹ ਦੀਆਂ ਜਿਹੜੀਆਂ ਛੱਜ ਦੀ ਤਰ੍ਹਾਂ ਕੰਮ ਕਰਦੀਆਂ, ਉਹਦੇ ਵਿੱਚ ਅਸੀਂ ਬੀਜ ਹਲਕਾ ਭਾਰਾ ਜਿਹੜਾ ਉਹ ਕੱਢ ਲੈਂਦੇ ਹਾਂ। ਸਾਰਾ ਕੁਝ ਕਰਨ ਤੋਂ ਬਾਅਦ ਸਾਡੇ ਕੋਲ ਜਿਹੜਾ ਬੀਜ ਆਉਂਦਾ ਉਹ ਫਿਰ ਇਹ ਲੇਡੀਜ਼ ਸਾਫ਼ ਕਰਦੀਆਂ ਅਖੀਰ ਦੇ ਵਿੱਚ ਹੱਥਾਂ ਨਾਲ। ਸੋ ਇਹ ਹੱਥਾਂ ਨਾਲ ਵੀ ਸਾਫ਼ ਕਰਨਾ ਪੈਂਦਾ ਬੀਜ ਨੂੰ। ਕੋਈ ਵੀ ਬੀਜ ਜਿਹੜਾ ਉਹ ਇਕੱਲੀਆਂ ਮਸ਼ੀਨਾਂ 'ਤੇ ਸਾਫ਼ ਨਹੀਂ ਹੁੰਦਾ ਜਦ ਤੱਕ ਉਹ ਹੱਥਾਂ ਦੇ ਵਿੱਚੋਂ ਨਾ ਨਿਕਲੇ। ਅਖੀਰਲਾ ਜਿਹੜਾ ਉਹ ਹੈ ਸਾਡਾ ਉਹ ਪ੍ਰੋਸੈਸ ਹੈ, ਉੱਥੇ ਅਸੀਂ ਹੱਥਾਂ ਨਾਲ ਬੀਜ ਨੂੰ ਸਾਫ਼ ਕਰਨਾ ਹੁੰਦਾ। ਸੋ ਇਸੇ ਤਰ੍ਹਾਂ ਪਿੱਛੇ ਵਾਲੀਆਂ ਮਸ਼ੀਨਾਂ ਵੀ ਜਿਹੜੀਆਂ ਇਹ ਬੀਜ ਨੂੰ ਸਾਫ਼ ਕਰਨ ਵਾਲੀਆਂ, ਇਹ ਸਾਰੀਆਂ ਮਸ਼ੀਨਾਂ ਦੇ ਨਾਲ ਬੀਜ ਹਰੇਕ ਬੀਜ ਦੀ ਗ੍ਰੇਡਿੰਗ ਵੀ ਚੈੱਕ ਕਰਦੀਆਂ, ਇਹ ਗ੍ਰੇਡਿੰਗ ਕਰਦੀਆਂ। ਮਤਲਬ ਇੱਕ ਸਾਈਜ਼ ਦਾ ਬੀਜ, ਇੱਕ ਭਾਰ ਦਾ ਬੀਜ ਕੱਢ ਲੈਂਦੀਆਂ ਇਹ। ਅਤੇ ਇਹ ਹੁੰਦਾ ਸਾਰਾ ਕਿਸਾਨ ਦੇ ਸਾਹਮਣੇ ਆ। ਉਹਨੂੰ ਅਸੀਂ ਬੁਲਾਉਂਦੇ ਹਾਂ ਇੱਥੇ, ਉਹ ਆਪਣੇ ਸਾਹਮਣੇ ਖੜ੍ਹ ਕੇ ਬੀਜ ਨੂੰ ਸਾਫ਼ ਕਰਾਉਂਦਾ। ਇਹ ਮਸ਼ੀਨਾਂ ਕੀ ਕੰਮ ਕਰਦੀਆਂ ਡਾਕਟਰ ਸਾਹਿਬ? ਇੱਥੇ ਤਾਂ ਬਹੁਤ ਕੂਲਿੰਗ ਹੈ, ਇਹ ਕੰਮ ਕੀ ਹੈ ਮਸ਼ੀਨਾਂ ਦਾ? ਇਹ ਨਾ ਜੀ ਸਾਡੀ ਲੈਬੋਰਟਰੀ ਹੈ ਜਿਸ 'ਚ ਅਸੀਂ ਬੀਜ ਜਿਹੜਾ ਬਾਹਰ ਭੇਜਣਾ ਉਹਦੀ ਕੁਆਲਿਟੀ ਚੈੱਕ ਕਰਦੇ ਹਾਂ। ਉਹ ਕੁਆਲਿਟੀ ਚਾਹੇ ਉਹਦਾ ਮੋਇਸਚਰ ਹੋਵੇ, ਚਾਹੇ ਉਹਦੀ ਪਿਓਰਿਟੀ ਹੋਵੇ, ਚਾਹੇ ਉਹਦੀ ਜੰਮ ਹੋਵੇ, ਇਹ 3 ਚੀਜ਼ਾਂ ਇੱਥੇ ਚੈੱਕ ਕਰਦੇ ਹਾਂ ਅਸੀਂ। ਕਿਵੇਂ ਚੈੱਕ ਕੀਤੀਆਂ ਜਾਂਦੀਆਂ ਉਹ ਦਿਖਾਇਓ ਜ਼ਰੂਰ। ਤੇ ਨਾ ਜੀ ਸਾਡੇ ਕੋਲ ਜਰਮੀਨੇਟਰਸ ਨੇ। ਇਹ ਜਰਮੀਨੇਟਰਸ ਦੇ ਵਿੱਚ ਗਿਣਤੀ ਦਾ ਬੀਜ ਲੱਗਦਾ। ਇਹ ਸਾਰੇ ਬੀਜ ਲੱਗੇ ਹੋਏ ਆ। ਇਹ ਬੀਜ ਜਿਹੜਾ 100 ਬੀਜ ਲੱਗੇ, ਇਹ ਹੁਣ 30/8 ਨੂੰ ਲੱਗਿਆ ਸੀ। ਇਹਦਾ ਜਿੰਨੇ ਦਿਨਾਂ ਵਾਸਤੇ ਇਹਦੀ ਗਿਣਤੀ ਕਰਨੀ ਹੈ ਉਹਨਾਂ ਦਿਨ ਬਾਅਦ ਗਿਣਤੀ ਕੀਤੀ ਜਾਏਗੀ। ਇਹਦੇ 'ਚ ਆਹ ਬੀਜ ਜੰਮ ਰਿਹਾ। ਹੁਣ ਇਹਦੇ 'ਚ ਬਾਕੀ ਬੀਜ ਵੀ ਜੰਮੇ ਹੋਣਗੇ ਜਦ ਤੱਕ ਫਿਰ ਗਿਣਤੀ ਹੋਏਗੀ। ਘੱਟੋ ਘੱਟ 85 ਬੀਜ ਜੰਮਣੇ ਚਾਹੀਦੇ 100 ਚੋਂ। ਇਹ ਤੋਂ ਬਿਨਾਂ ਅਸੀਂ ਕਿਸੇ ਬੀਜ ਨੂੰ ਵੀ ਬਾਹਰ ਨਹੀਂ ਭੇਜ ਸਕਦੇ। ਕਾਰਨ ਇਹ ਹੈ ਕਿ ਜੇ ਅਮਰੀਕਾ ਭੇਜਤਾ ਬੀਜ ਸਪੋਜ਼ਿੰਗ 2 ਕੰਟੇਨਰ, ਉੱਥੇ ਜਾ ਕੇ ਇੱਕ ਦਾਣਾ ਵੀ ਫੇਲ ਹੋ ਗਿਆ ਅਤੇ ਉਹ ਸਾਡਾ ਤਾਂ ਉੱਥੇ ਉਹਨਾਂ ਨੇ ਸਮੁੰਦਰ ਸਿੱਟ ਦੇਣਾ। ਸੋ ਇਸ ਕਰਕੇ ਕੁਆਲਿਟੀ ਬੀਜ ਦੀ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਚੀਜ਼ ਹੈ ਐਕਸਪੋਰਟ ਕਰਨ ਵਾਸਤੇ। ਸੋ ਇਹ ਸਾਰੀਆਂ ਮਸ਼ੀਨਾਂ ਨੇ ਜਿੱਥੇ ਕੁਆਲਿਟੀ ਚੈੱਕ ਹੁੰਦੀ ਹੈ, ਤਾਂ ਇਸ ਤਰੀਕੇ ਨਾਲ ਇੱਕ ਫੁੱਲ ਦੇ ਬੀਜ ਬਣਦੇ ਹੈ ਅਤੇ ਇਹ ਸਾਰਾ ਪ੍ਰੋਸੈਸ ਹੈ। ਇਹ ਸਾਰਾ ਐਕਸਪੋਰਟ ਜਿਹੜਾ ਬੀਜ ਬਾਹਰ ਹੁੰਦਾ, ਜਿਹੜੇ ਬਾਹਰ ਲੋਕਾਂ ਨੂੰ ਇਹ ਭੇਜਦੇ ਕੰਟਰੀਜ਼ ਦੇ ਵਿੱਚ, ਕਿਵੇਂ ਉਹਨਾਂ ਦੀ ਕੁਆਲਿਟੀ ਚੈੱਕ ਕੀਤੀ ਜਾਂਦੀ ਹੈ, ਇਹ ਸਾਰਾ ਉਹ ਪ੍ਰੋਸੈਸ ਹੈ। ਡਾਕਟਰ ਸਾਹਿਬ ਇਹ ਜਿਹੜੀ ਇੰਡਸਟਰੀ ਲਾਈ ਹੋਈ ਹੈ, ਏਡੀ ਵੱਡੀ ਫੈਕਟਰੀ ਲਾਈ ਹੋਈ ਹੈ, ਇਹਦੇ 'ਤੇ ਬਿਜਲੀ ਦੀ ਬਹੁਤ ਜ਼ਿਆਦਾ ਲੋੜ ਪੈਂਦੀ ਹੋਊ, ਫਿਰ ਇੰਨੀ ਬਿਜਲੀ ਪੂਰੀ ਕਿਵੇਂ ਕਰਦੇ ਹੋ ਤੁਸੀਂ? ਇਹਦੇ 'ਚ ਨਾ ਜੀ ਅਸੀਂ ਇੱਕ ਤਾਂ ਇਹ ਨਾ ਜੀ ਬਿਲਕੁਲ ਗ੍ਰੀਨ ਇੰਡਸਟਰੀ ਹੈ। ਇੱਕ ਤਾਂ ਅਸੀਂ ਕੋਈ ਧੂੰਆਂ ਨਹੀਂ ਪੈਦਾ ਕਰਦੇ, ਕਿਸੇ ਚੀਜ਼ ਨੂੰ ਪੋਲਿਊਟ ਨਹੀਂ ਕਰਦੇ, ਕੁਛ ਨਹੀਂ ਕਰਦੇ। ਇੱਕ ਅਸੀਂ ਆਪਣੀ ਬਿਜਲੀ ਵੀ ਅਸੀਂ ਆਪ ਬਣਾਉਂਦੇ, ਉਹ ਸੋਲਰ ਆ ਮੇਰੇ ਪਿੱਛੇ ਜਿਹੜੀ ਬਿਲਡਿੰਗ ਹੈ ਇਹਦੇ ਉੱਤੇ ਸਾਰੀ ਦੇ ਉੱਤੇ ਸੋਲਰ ਪਲੇਟਾਂ ਲੱਗੀਆਂ ਹੋਈਆਂ। ਉਹ ਸੋਲਰ ਪਲੇਟਾਂ ਦੇ ਨਾਲ ਇਹ ਜਿਹੜੀ ਬਿਜਲੀ ਬਣਾਉਂਦੇ ਹਾਂ ਅਸੀਂ 52 ਕਿਲੋਵਾਟ। ਹਾਂਜੀ, ਜਿੰਨੀ ਸਾਨੂੰ ਚਾਹੀਦੀ ਹੁੰਦੀ ਉਹ ਅਸੀਂ ਯੂਜ਼ ਕਰ ਲੈਂਦੇ ਹਾਂ। ਜਿਹੜੀ ਬਚਦੀ ਬਿਜਲੀ ਆ ਉਹ ਬਿਜਲੀ ਬੋਰਡ ਨੂੰ ਵਾਪਸ ਚਲੀ ਜਾਂਦੀ ਹੈ। ਇਸ ਤਰ੍ਹਾਂ ਹੀ ਜਿੰਨਾ ਪਾਣੀ ਅਸਮਾਨ ਤੋਂ ਮੀਂਹ ਦੇ ਫਾਰਮ 'ਚ ਗਿਰਦਾ ਥੱਲੇ,
ਉਹਨੂੰ ਵੀ ਸਾਡੇ 4 ਖੂਹ ਬਣਾਏ ਹੋਏ ਆ, ਮਤਲਬ ਬੈਲ ਬੋਰ ਕਰੇ ਹੋਏ ਆ, ਉਹਨਾਂ ਦੇ ਵਿੱਚ ਤਾਰ ਦਿੰਦੇ ਜ਼ਮੀਨ ਦੇ ਵਿੱਚ ਪਾਣੀ, ਕੋਈ ਵੀ ਅਸੀਂ ਉਹ ਪਾਣੀ ਨੂੰ ਰਨ ਆਫ ਨਹੀਂ ਹੋਣ ਦਿੰਦੇ। ਅਸੀਂ ਆਪਣੇ EMPLOYEES ਦਾ ਵੀ ਬੜਾ ਧਿਆਨ ਰੱਖਦੇ ਹਾਂ। ਸਾਰੇ EMPLOYEES ਦੇ ਕੁੜੀਆਂ ਨੂੰ ਅਸੀਂ ਆਪਣੇ ਖਰਚੇ ਤੇ ਚੰਗੇ ਸਕੂਲ 'ਚ ਪੜ੍ਹਾਉਂਦੇ ਹਾਂ ਤਾਂ ਕਿ ਉਹ ਚੰਗੇ ਘਰ ਚਲਾ ਸਕਣ। ਬਾਅਦ 'ਚ 9 ਕੁੜੀਆਂ ਪੜ੍ਹਦੀਆਂ, ਉਹ ਇੱਕ ਬਹੁਤ ਅੱਛੇ ਸਕੂਲ ਦੇ ਵਿੱਚ ਪੜ੍ਹਦੀਆਂ, ਉਹ ਬੜਾ ਅੱਛਾ ਉਹਨਾਂ ਦਾ ਡਿਵੈਲਪਮੈਂਟ ਹੋ ਰਹੀ ਹੈ। ਅਤੇ ਇਹ ਅਸੀਂ ਇੱਕ ਮਤਲਬ ਆਪਣੇ EMPLOYEES ਦੀ ਵੈਲਫੇਅਰ ਕਰਦੇ ਹਾਂ। ਸ਼ਾਮ ਨੂੰ ਜਾਣ ਤੋਂ ਪਹਿਲਾਂ ਅਸੀਂ ਸਾਰੇ ਰਲ ਕੇ ਵਾਲੀਬਾਲ ਖੇਡਦੇ ਹਾਂ ਤਾਂ ਕਿ ਜਿਹੜੀ ਹੈਲਥ ਵੀ ਜਿਹੜੀ ਜ਼ਰੂਰੀ ਹੈ, ਹੈਲਥ ਵੀ ਹੋਵੇ ਹਰੇਕ EMPLOYEE ਦੀ। ਫਿਰ ਜਦੋਂ ਬੱਚੀਆਂ ਸਕੂਲ ਜਾਂਦੀਆਂ ਫਿਰ ਇੱਥੇ ਕੰਮ ਕਿਹੜੇ ਵੇਲੇ ਕਰਦੀਆਂ? ਉਹ ਤਾਂ ਆਪਣੇ ਘਰੋਂ ਸਕੂਲ ਜਾਂਦੀਆਂ, ਉਹ ਸਾਡੇ ਕੋਲ ਨਹੀਂ ਕੰਮ ਕਰਨ ਆਉਂਦੀਆਂ। ਉਹ ਤਾਂ ਸਿਰਫ ਘਰੇ ਹੀ ਹੁੰਦੀਆਂ, ਆਪਣੇ ਘਰੋਂ ਸਕੂਲ ਜਾਂਦੀਆਂ, ਸਕੂਲ ਤੋਂ ਘਰ ਮੁੜਿਆ ਆਉਂਦੀਆਂ, ਉਹ ਕੰਮ ਨਹੀਂ ਕਰਦੀਆਂ ਸਾਡੇ ਕੋਲ। ਉਹ ਸਾਡੇ EMPLOYEES ਹੈ, ਸਾਡੇ ਜਿਹੜੇ ਬੰਦੇ ਆ ਉਹ ਸਾਡੇ ਨਾਲ ਕੰਮ ਕਰਦੇ ਆ, ਅਤੇ ਜਿਹੜੀਆਂ ਕੁੜੀਆਂ ਉਹਨਾਂ ਦੀਆਂ ਉਹ ਸਕੂਲਾਂ 'ਚ ਪੜ੍ਹਦੀਆਂ। ਤੇ ਇਹ ਡਾਕਟਰ ਅਲਾਰੰਗ ਜੀ ਨੇ। ਡਾਕਟਰ ਸਾਹਿਬ ਇਹ ਦੱਸੋ ਕਿ ਜ਼ਿਹਨ ਦੇ ਵਿੱਚ ਕਿਵੇਂ ਆਇਆ ਕਿ ਇੱਕ ਐਸੀ ਖੇਤੀ ਕੀਤੀ ਜਾਵੇ ਪੰਜਾਬ ਦੇ ਵਿੱਚ ਜਾ ਕੇ, ਖਾਸ ਕਰ ਕਿ ਜਿਹੜੀ ਵੱਖਰੀ ਹੋਵੇ ਸਭ ਤੋਂ? ਮੈਂ ਨਾ ਜੀ ਅਮਰੀਕਾ ਦੇ ਵਿੱਚ ਪੜ੍ਹਾਉਂਦਾ ਸੀ 1996-97 'ਚ, 1986-87 ਦੇ ਵਿੱਚ। ਉੱਥੇ ਮੈਨੂੰ ਕੋਈ ਬੰਦਾ ਮਿਲਿਆ ਸੀ, ਉਹ ਕਹਿੰਦਾ ਵੀ ਇੱਥੇ ਸਾਡੇ ਜਿਹੜੀ ਲੇਬਰ ਦੀ ਕਾਸਟ ਬਹੁਤ ਜ਼ਿਆਦਾ ਹੈ, ਕਿਆ ਤੁਸੀਂ ਫੁੱਲਾਂ ਦਾ ਬੀਜ ਇੰਡੀਆ 'ਚ ਪ੍ਰੋਡਿਊਸ ਕਰ ਸਕਦੇ ਹੋ? ਮੈਂ ਜਾਵਾਂਗਾ ਅਤੇ ਫਿਰ ਵਾਪਸ ਜਾ ਕੇ ਦੇਖਾਂਗਾ। ਫਿਰ ਮੈਂ 90 'ਚ ਵਾਪਸ ਆਇਆ। 90 'ਚ ਆਉਣ ਤੋਂ ਬਾਅਦ ਫਿਰ ਮੈਂ ਇਹ ਸੋਚਿਆ ਕਿ ਇਹਨੂੰ ਦੇਖੀਏ ਕਿਸੇ ਤਰ੍ਹਾਂ ਕਰਕੇ। 2 ਸਾਲ ਤਾਂ ਅਸੀਂ ਇਹਨੂੰ ਕਰਨ ਦੀ ਕੋਸ਼ਿਸ਼ ਕਰਦੇ ਰਹੇ, ਸਾਤੋਂ ਹੋਇਆ ਨਹੀਂ, ਬਟ ਅਸੀਂ ਹਾਰ ਨਹੀਂ ਮੰਨੀ। ਅਸੀਂ ਅਲਟੀਮੇਟਲੀ 93 ਦੇ ਵਿੱਚ 25 ਕਿਲੋ ਬੀਜ ਪਹਿਲੀ ਵਾਰੀ ਬਾਹਰ ਭੇਜਿਆ, ਅਤੇ ਹੌਲੀ ਹੌਲੀ ਵਧਾਉਂਦੇ ਹੁਣ ਅਸੀਂ 1800 ਕੁਇੰਟਲ ਬੀਜ ਬਾਹਰ ਭੇਜਦੇ ਹਾਂ। 25 ਕਿਲੋ ਤੋਂ 1800 ਕੁਇੰਟਲ ਤੱਕ ਪਹੁੰਚ ਗਏ, ਪਰ ਟਾਈਮ ਲੱਗਿਆ ਉਹਨੂੰ, ਲਗਭਗ 30 ਸਾਲ ਲੱਗ ਗਏ ਉਹਨੂੰ। ਡਾਕਟਰ ਸਾਹਿਬ ਆਪਣੀ ਕੁਆਲੀਫਿਕੇਸ਼ਨ ਦੱਸਿਓ ਇੱਕ ਵਾਰ, ਕਿ ਇੰਨਾ ਸਾਰਾ ਟੈਕਨੀਕਲੀ ਵੀ ਤੇ ਇਹ ਸਭ ਚੀਜ਼ਾਂ ਨੂੰ ਸਾਇੰਟੀਫਿਕਲੀ ਤੁਸੀਂ ਯੂਜ਼ ਕਰਦੇ ਹੋ, ਮਸ਼ੀਨਰੀ ਯੂਜ਼ ਕਰਦੇ ਹੋ, ਤੇ ਉਹਦੇ ਲਈ ਤਾਂ ਪੜ੍ਹਾਈ ਵੀ ਜ਼ਰੂਰੀ ਹੈ। ਇੱਕ ਵਾਰ ਆਪਣੀ ਕੁਆਲੀਫਿਕੇਸ਼ਨ ਦਰਸ਼ਕਾਂ ਨੂੰ ਜ਼ਰੂਰ ਦੱਸੋ। ਮੈਂ PhD ਕੀਤੀ ਹੋਈ ਹੈ ਜੀ ਪਲਾਂਟ ਬੀਡਿੰਗ ਦੇ ਵਿੱਚ, ਅਤੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਮੈਂ ਹੈੱਡ ਡਿਪਾਰਟਮੈਂਟ ਪਲਾਂਟ ਬੀਡਿੰਗ ਰਿਟਾਇਰ ਹੋਇਆ। ਮੇਰੇ 2 ਬੱਚੇ, ਮੇਰੇ ਸਨਸ ਵੀ ਮੇਰੇ ਨਾਲ ਕੰਮ ਕਰਦੇ ਆ। ਇੱਕ MBA ਹੈ, BCom MBA, ਅਤੇ ਦੂਸਰਾ MS ਹੈ USA ਤੋਂ, ਉਹ ਪ੍ਰੋਗਰਾਮਰ ਹੈ, ਉਹ ਵੀ ਸਾਡੇ ਨਾਲ ਵਾਪਸ ਆ ਕੇ ਸਾਡੇ ਨਾਲ ਜੁੜਿਆ ਹੋਇਆ। ਅਤੇ ਉਹ ਇਹ ਅਸੀਂ ਮਤਲਬ ਸਾਰੇ ਹੀ ਵੈਲ ਐਜੂਕੇਟਡ ਹੈ, ਅਤੇ ਮੇਰੀਆਂ ਬਹੂਆਂ ਵੀ ਸਾਰੀਆਂ ਪੜ੍ਹੀਆਂ ਲਿਖੀਆਂ, ਅਤੇ ਉਹ ਸਾਰੇ ਰਲ ਮਿਲ ਕੇ ਇਸ ਕੰਮ ਨੂੰ ਚਲਾਉਂਦੇ। ਸੋ ਦਰਸ਼ਕੋ, ਇਹ ਸਾਡੇ ਨਾਲ ਡਾਕਟਰ ਅਲਾਰੰਗ ਜੀ ਸੀ, ਜਿਨ੍ਹਾਂ ਦੀ ਇੱਕ ਵੱਖਰੀ ਜੀ ਸੋਚ ਹੈ ਖੇਤੀ ਨੂੰ ਲੈ ਕੇ, ਕਿ ਜੇਕਰ ਹਰ ਕਿਸਾਨ, ਜਿਹੜਾ ਕਿਸਾਨ ਅੱਜ ਖੁਦਕੁਸ਼ੀਆਂ ਲੈ ਕੇ ਆਪਣੀ ਜਾਨ ਤੋਂ ਹੱਥ ਧੋ ਰਿਹਾ ਨਾ, ਜੇ ਇਹ ਡਾਕਟਰ ਸਾਹਿਬ ਦਾ ਕਹਿਣਾ ਕਿ ਜੇਕਰ ਉਹ ਕਿਸਾਨ ਜਿਹੜੇ ਘਾਟੇ ਵੱਲ ਨੂੰ ਜਾ ਰਹੇ ਹੈ, ਉਹ ਖੇਤਾਂ ਜਿਹੜੇ ਫੁੱਲ ਨੇ ਉਹਨਾਂ ਦੀ ਖੇਤੀ ਕਰਨ, ਸਾਡੇ ਨਾਲ ਜੁੜਨ, ਤਾਂ ਇੱਕ ਬਹੁਤ ਵਧੀਆ ਲਾਭ ਹੋ ਸਕਦਾ। ਇੱਕ ਹੋਰ ਸਵਾਲ ਮੇਰੇ ਜ਼ਿਹਨ ਦੇ ਵਿੱਚ ਆਇਆ, ਡਾਕਟਰ ਸਾਹਿਬ ਕਿਹੜੇ ਐਸੇ ਬੰਦੇ ਸੀ, ਕੋਈ ਐਸੀ ਮਿਸਾਲ ਹੋਵੇ ਕਿ ਜਿਹੜੇ ਬਹੁਤ ਘਾਟਾ ਜਰ ਰਹੇ ਸੀ ਕਿਸਾਨੀ ਕਰਕੇ, ਕਿਸਾਨੀ ਦੇ ਵਿੱਚ ਪੈ ਕੇ, ਤੇ ਫਿਰ ਜਦੋਂ ਉਹਨਾਂ ਨੇ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਤਾਂ ਬਹੁਤ ਮੁਨਾਫੇ ਦੇ ਵਿੱਚ ਗਏ? ਸਾਡੇ ਨਾਲ ਜਿਹੜੇ ਪਹਿਲੇ ਕਿਸਾਨ ਜੁੜੇ ਆ, ਉਹ 1996 ਦੇ ਵਿੱਚ ਜੁੜੇ। ਉਹ 4-5 ਕਿੱਲਿਆਂ ਦੀ ਖੇਤੀ ਕਰਦੇ ਸੀ ਉਹ, ਅਤੇ 4-5 ਕਿੱਲਿਆਂ 'ਚੋਂ ਕਣਕ ਝੋਨਾ ਕਰਕੇ ਉਹਨਾਂ ਦੇ ਕੋਲ ਕੁਛ ਨਹੀਂ ਸੀ ਹੁੰਦਾ, ਅਤੇ ਉਹਨਾਂ ਨੇ ਫਿਰ ਸਾਡੀ ਖੇਤੀ ਸ਼ੁਰੂ ਕਰੀ, ਅਤੇ ਉਹ 'ਚ ਫਿਰ ਮੁਨਾਫਾ ਵਧਿਆ, ਅਤੇ ਹੁਣ ਮੁਨਾਫਾ ਇੰਨਾ ਹੈ ਕਿ ਬੱਚੇ ਉਹਨਾਂ ਦੇ ਬਾਹਰ ਪੜ੍ਹਦੇ ਆ, ਘਰ ਬਣਾ ਲਿਆ ਉਹਨਾਂ ਨੇ, ਕਾਰ ਲੈ ਲਈ, ਅਤੇ ਮਤਲਬ ਖੁਸ਼ਹਾਲ ਜ਼ਿੰਦਗੀ ਜੀ ਰਹੇ ਉਹ। ਹਾਂਜੀ, ਲੱਗਦਾ ਕਿ ਜੇਕਰ ਵੱਖਰੀ ਖੇਤੀ ਕੀਤੀ ਜਾਵੇ, ਬਦਲ ਹੋ ਸਕੇ ਖੇਤੀ ਦੇ ਵਿੱਚ, ਤਾਂ ਸਾਰਾ ਪੰਜਾਬ ਕਿਸਾਨ ਖੁਸ਼ਹਾਲ ਹੋ ਸਕਦਾ। ਇਹ ਜਿਹੜੀ ਖੇਤੀ ਹੈ ਜੀ, ਇਹ ਇੱਕ ਇਸ ਤਰ੍ਹਾਂ ਦਾ ਬਦਲ ਹੈ ਜਿਹੜਾ ਕਣਕ ਨਾਲੋਂ 3 ਗੁਣਾ ਜ਼ਿਆਦਾ ਪੈਸਾ ਦਿੰਦਾ। ਸੋ ਇਹ ਵੀ ਦੱਸ ਦਿਓ ਕਿ 1 ਕਿੱਲੇ ਦੇ ਵਿੱਚੋਂ ਕਿੰਨੀ ਕਮਾਈ ਦਿੰਦਾ ਹੈ? 1 ਕਿੱਲੇ ਦੇ ਵਿੱਚੋਂ 1 ਲੱਖ ਤੋਂ 1.5 ਲੱਖ ਰੁਪਏ ਕਮਾਈ ਹੋ ਜਾਂਦੀ ਹੈ ਜੀ, ਜਿਸ ਚੋਂ 20 ਤੋਂ 25 ਹਜ਼ਾਰ ਰੁਪਏ ਖਰਚਾ ਹੋ ਜਾਂਦਾ, ਅਤੇ ਮਤਲਬ ਉਹਨੂੰ ਲਗਭਗ 80,000 ਤੋਂ ਲੈ ਕੇ 1.25 ਲੱਖ ਰੁਪਏ ਤੱਕ ਬਚ ਜਾਂਦਾ। ਇਹ ਕਣਕ ਦੇ ਟਾਈਮ ਹੁੰਦੀ ਹੈ। ਝੋਨਾ ਫੇਰ ਲਾ ਲਓ ਤੁਸੀਂ, ਜਾਂ ਤੁਸੀਂ ਉਹਦੀ ਥਾਂ ਮੱਕੀ ਬੀਜ ਲਓ ਜਾਂ ਕੁਝ ਹੋਰ ਕਰ ਲਓ, ਤਾਂ ਮਤਲਬ ਤੁਸੀਂ ਕਣਕ ਦੇ ਟਾਈਮ ਲਗਭਗ 1 ਲੱਖ ਰੁਪਈਆ ਪਰ ਕਿੱਲਾ ਕਮਾ ਸਕਦੇ ਹੋ। ਖਾਣ ਜੋਗਾ ਬੀਜ ਲਓ ਅਤੇ 1 ਕਿੱਲੇ 'ਚ ਤੁਸੀਂ ਇਹ ਫਸਲ ਕਰੋ। ਮਤਲਬ ਜਿਹੜੇ ਛੋਟੇ ਕਿਸਾਨ ਨੇ ਉਹ ਖੇਤੀ ਉਹਨਾਂ ਲਈ ਜ਼ਿਆਦਾ ਲਾਹੇਵੰਦ, ਉਹਨਾਂ ਨੇ ਜ਼ਿਆਦਾ ਲਾਹੇਵੰਦ ਹੈ, ਕਿਉਂਕਿ ਉਹਨਾਂ ਨੇ ਆਪ ਕੰਮ ਕਰ ਲੈਣਾ, ਉਹਨਾਂ ਨੂੰ ਲੇਬਰ ਲਾਉਣ ਦੀ ਲੋੜ ਨਹੀਂ ਪੈਣੀ। ਅਤੇ ਜਿਹੜੇ ਵੱਡੇ ਕਿਸਾਨ ਹੈ ਉਹਨਾਂ ਨੇ ਸਾਰਾ ਕੰਮ ਹੀ ਲੇਬਰ ਤੋਂ ਕਰਾਉਣਾ, ਟਰੈਕਟਰ ਚਲਾਉਣ ਤੋਂ ਲੈ ਕੇ ਸਾਰਾ ਕੁਝ ਉਹਦੇ ਲੇਬਰ ਨੇ ਕਰਨਾ, ਇਸ ਕਰਕੇ ਉਹਨਾਂ ਵਾਸਤੇ ਜ਼ਿਆਦਾ ਮਹਿੰਗੀ ਪੈ ਜਾਂਦੀ ਹੈ।
ਸੋ ਦਰਸ਼ਕੋ, ਇਹ ਸਾਡੇ ਨਾਲ ਡਾਕਟਰ ਅੱਲਾ ਰੰਗ ਜੀ ਸੀ, ਜਿਨ੍ਹਾਂ ਨੇ ਇੱਕ ਵੱਖਰੀ ਜੀ ਖੇਤੀ ਕੀਤੀ ਹੈ, ਫੁੱਲਾਂ ਦੀ ਖੇਤੀ। ਬਹੁਤ ਵੱਡੇ ਪੱਧਰ ਤੇ ਵਪਾਰ ਕਰਦੇ ਹੈ। ਜਿਹੜੇ ਫੁੱਲ ਹੁੰਦੇ ਆ, ਉਹਨਾਂ ਦੇ ਬੀਜ ਹੁੰਦੇ ਆ, ਉਹਨਾਂ ਨੂੰ ਐਕਸਪੋਰਟ ਕਰਦੇ ਆ। ਤੇ ਇੱਕ ਹੋਰ ਸਰਵਿਸ ਦਿੰਦੇ ਆ ਕਿ ਜਿਹੜੇ ਲੋਕ ਇਹ ਫੁੱਲਾਂ ਦੀ ਖੇਤੀ ਨਾਲ ਜੁੜਨਾ ਚਾਹੁੰਦੇ ਆ, ਉਹਨਾਂ ਨੂੰ ਇਹ ਗਾਈਡ ਵੀ ਕਰਦੇ ਆ। ਬਹੁਤ ਮੁਨਾਫੇ ਦਾ ਸੌਦਾ ਇਹ। ਸੋ ਅਸੀਂ ਕਿਸਾਨ ਨੂੰ ਖੁਸ਼ਹਾਲ ਕਰਨ ਵਾਲੀਆਂ ਇੰਟਰਵਿਊਜ਼ ਤੇ ਗੱਲਾਂ ਬਾਤਾਂ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਸਾਡਾ ਮਕਸਦ ਇਹ ਹੁੰਦਾ ਹੈ ਕਿ ਹਰ ਪੰਜਾਬ ਦਾ ਘਰ ਖੁਸ਼ਹਾਲ ਹੋਵੇ, ਹਰ ਕਿਸਾਨ ਖੁਸ਼ਹਾਲ ਹੋਵੇ। ਜਿਹੜਾ ਕਿਸਾਨ ਅੱਜ ਖੁਦਕੁਸ਼ੀਆਂ ਕਰ ਰਿਹਾ ਹੈ, ਉਹ ਇੱਕ ਵਧੀਆ ਜ਼ਿੰਦਗੀ ਆਪਣੇ ਪਰਿਵਾਰ ਦੇ ਨਾਲ ਜਿਉ ਸਕੇ। ਉਮੀਦ ਹੈ ਗੱਲਬਾਤ ਪਸੰਦ ਆਈ ਹੋਊਗੀ। ਜੁੜੇ ਰਹੋ ਸਰਕਾਰ ਟੀਵੀ ਦੇ ਨਾਲ। ਮੈਨੂੰ ਮਨੀ ਪਰਵੇਜ਼ ਨੂੰ ਦਿਓ ਇਜਾਜ਼ਤ। ਧੰਨਵਾਦ।